आओ गुरु प्यारिओ, जो हर रोज की तरह नित अमृत वेले चल रही लड़ीवार विचार दुखों के नाशक सुखों के प्रकाशक सर्व सुखों के दाते ने माने दे मान ने ताने दे तान ने ओटियां दी ओट ने आसरियां दे आसरे हालत पलते रखे सर्व सुखों के दाते मानवता दे सर्व सांझे गुरु रहबर कोट खंडा ब्रह्मंडा दे मालक तंतर आज श्री गुरु ग्रंथ साहिब जी पावन हजूरी अंदर सच बैठे गुरु खालसा साध संगत जीओ। जो कई चिरां तो चल रही लड़ीवार विचार धन धन साहिब श्री गुरु नानक पातशाह दे पावन जीवन दियां जो आपां कथा कहानियां करदे सुनदे आ रहे हैं, आओ अज भी उस एक लड़ी का हिस्सा बन के सतगुरां दे पावन जीवन विचों आपां कुछ क रब्बी गुणां नूं ग्रहण करन दा यतन कर सकीए तां कि आवागमन दा चक्कर मिट जावे। नित दे दो दुख कलेश चिंतावां विच ग्रसे होए हैं, इन्हां तो साडा बचाव हो जावे ते पातशाह एक सानू गल समझाउंदे ने, एक थोड़ा जिहा रूणा दे के गुरबाणी विच पातशाह कहंदे धर्मराज दा जिहड़ा ना सुभाअ बहुत करड़ा है। धर्मराज दा सुभाअ बहुत ज्यादा करड़ा है। सजा देन लगे दुख देन लगे वो जरा जिन्ना भी तरस नहीं करना ते फिर उदों मुश्किल बन जाओ अपने वास्ते। इस पासे कहते जाग इंसान इस मोह माया की नींद में सुता पिया जाग की होया जे तन करके जागया तन करके जागया तां की होया मन करके जो सुता है। असी कई बार मैं अपने जीवन का तजर्बा दसदा, कई बार निंद्रा इन्ना हो जाना कि रस्ते ते बंदे ने चलना तो जरूर, पर जांदियां जांदियां अखां मीट जानियां राह पट गया बंदे, कदे दो कर्मा इधर नूं कदे दो कर्मा इधर नूं, अकले गड्डी चलाई दी है ड्राइव कराई दी आ, अखां जागदियां होंदियां ने अखां खुलियां होंदियां पर गड्डी सड़क दूसरे पास चले जाती है। क्यों? अखां जागदियां ने, बंदा भी जागदा है, वो मन सौ गया, दिमाग सौ गया।
ਸੱਚ ਹੈ, ਸਾਡਾ ਦਿਮਾਗ ਵੀ ਸੁੱਤਾ, ਸਾਡਾ ਮਨ ਵੀ ਸੁੱਤਾ, ਕੱਲੇ ਤਨ ਜਾਗਣ ਦੇ ਨਾਲ ਕੋਈ ਗੱਲ ਨਹੀਂ ਬਣਦੀ। ਕੱਲ ਆਪਾਂ ਵਿਚਾਰ ਕਰ ਰਹੇ ਸੀਗੇ, ਉਹ ਭਾਵੇਂ ਕਿਸੇ ਲੜੀ ਦਾ ਹਿੱਸਾ ਹੀ ਸੀ, ਹੈ ਤਾਂ ਘਰ ਦਾ ਹਿੱਸਾ ਹੀ। ਇੱਕ ਪਾਤਸ਼ਾਹ ਨੇ ਗੱਲ ਆਰੰਭ ਕੀਤੀ ਸੀ ਕਈ ਦਿਨ ਪਹਿਲਾਂ ਕਿ ਤਨ ਦੀ ਯਾਤਰਾ ਸੰਸਾਰ ਦੀ ਯਾਤਰਾ ਤੇ ਮਨ ਦੀ ਯਾਤਰਾ ਨਿਰੰਕਾਰ ਦੀ ਯਾਤਰਾ। ਦੂਜਾ ਪੱਖ ਦਾ ਇਹ ਲਿਆ ਸੀਗਾ ਕਿ ਇੱਕ ਪ੍ਰਕਾਸ਼ ਵਾਲਾ ਜੀਵਨ, ਦੂਜਾ ਹਨੇਰੇ ਵਾਲਾ ਜੀਵਨ। ਕਈ ਦਿਨ ਆਪਾਂ ਪ੍ਰਕਾਸ਼ ਵਾਲੇ ਜੀਵਨ ਦੀ ਗੱਲ ਕੀਤੀ ਸੀ। ਉਹ ਤੋਂ ਬਾਅਦ ਆਪਾਂ ਹਨੇਰੇ ਵਾਲੇ ਜੀਵਨ ਦੀ ਗੱਲ ਕੀਤੀ। ਹਨੇਰੇ ਵਿੱਚ ਜਿਹੜਾ ਜੀਵਨ ਹੈ, ਅਗਿਆਨਤਾ ਦਾ ਜੀਵਨ। ਤੇ ਕੱਲ ਆਪਾਂ ਵਿਚਾਰ ਕਰ ਰਹੇ ਸੀ ਕਿ ਕਈ ਵਾਰ ਨਾਮ ਜਪਦੇ ਹਾਂ, ਨਾਮ ਜਪਦਾ ਪ੍ਰਕਾਸ਼ ਮਿਲਣਾ ਚਾਹੀਦਾ ਸੀ ਨਾ, ਗਿਆਨ ਮਿਲਣਾ ਚਾਹੀਦਾ ਸੀ। ਪਰ ਜਦੋਂ ਇਹ ਮਹਿਸੂਸ ਹੋਇਆ ਕਿ ਲੋਕ ਸੁੱਤੇ ਪਏ, ਮੈਂ ਜਾਗਦਾ, ਲੋਕ ਕੰਮਾਂ ਧੰਦੇ 'ਚ ਲੱਗੇ ਆ, ਮੈਂ ਨਾਮ ਜਪਦਾ। ਤੇ ਕਈ ਵਾਰ ਬੰਦਾ ਅਗਿਆਨਤਾ ਦੇ ਹਨੇਰੇ ਵਿੱਚ ਇਹ ਵੀ ਗੱਲ ਫਿਰ ਸਾਫ਼ ਕਹਿ ਦਿੰਦਾ ਹੈ, ਇਹਨਾਂ ਲੋਕਾਂ ਨੂੰ ਜੀਵਨ ਦੀ ਜਾਚ ਹੋਈ ਨਹੀਂ। ਕੱਲੇ ਨਾਮ ਤੇ ਹੰਕਾਰ, ਕਰਮਾਂ ਵੱਲ ਕਦੇ ਝਾਤ ਨਹੀਂ ਮਾਰੀ, ਕਰਮਾਂ ਵੱਲ ਕਿਤੇ ਝਾਤ ਨਹੀਂ ਮਾਰੀ। ਸਾਡੇ ਜੀਵਨ ਵਿੱਚ ਪਿਆਰਿਓ, ਨਾਮ ਦੇ ਨਾਲ ਨਾਲ ਕਰਮ ਵੀ ਪ੍ਰਧਾਨ ਹੈ। ਸਾਡੇ ਜੀਵਨ ਦੇ ਨਾਲ ਨਾਮ ਦੇ ਨਾਲ ਨਾਲ ਕਰਮ ਵੀ ਪ੍ਰਧਾਨ ਹੈ। ਜਿੱਥੇ ਪਾਤਸ਼ਾਹ ਨੇ ਨਾਮ ਜਪਣ ਨੂੰ ਗੱਲ ਕਹੀ ਨਾ, ਉੱਥੇ ਕਰਮ ਕਰਨ ਨੂੰ ਵੀ ਸਾਨੂੰ ਕਿਰਤ ਕਹਿ ਲਈਏ, ਕਰਮ ਕਹਿ ਲਈਏ। ਉਹ ਕਰਮ ਕਿਹੜੇ? ਜਿਨ੍ਹਾਂ ਵਿੱਚ ਮੈਲ ਨਾ ਹੋਵੇ, ਜਿਨ੍ਹਾਂ ਵਿੱਚ ਖੋਟ ਨਾ ਹੋਵੇ। ਆਪਾਂ ਵਿਚਾਰ ਕਰ ਰਹੇ ਸੀ ਕੱਲ ਵੀ ਆਹ ਪਰਿਵਾਰ ਦੀ 5-4 ਜੀਵਾਂ ਦੀ ਸਾਨੂੰ ਸੇਵਾ ਮਿਲੇ। ਜੇ ਤੇ ਅਸੀਂ ਹੱਕ ਸੱਚ ਦੀ ਕਮਾਈ ਕੀਤੀ, 10 ਨੂੰਹਾਂ ਦੀ ਕਿਰਤ ਕਮਾਈ ਕਰਕੇ ਪਾਲਿਆ, ਤੇ ਬਹੁਤ ਵੱਡਾ ਪੁੰਨ। ਤੇ ਉਸ ਅਕਾਲ ਪੁਰਖ ਦੇ ਦਰ ਤੋਂ ਸਾਨੂੰ ਸ਼ਾਬਾਸ਼ ਪ੍ਰਾਪਤ ਹੋਣੀ। ਔਰ ਧਰਮਰਾਜ ਨੇ ਸਾਡੇ ਵੱਲ ਜਿਹਦਾ ਕਰੜਾ ਸੁਭਾਅ ਹੈ ਨਾ, ਸਖਤ ਸੁਭਾਅ ਹੈ, ਉਹਨੇ ਸਾਡੇ ਵੱਲ ਝਾਕਣਾ ਵੀ। ਜੇ ਨਾਮ ਦੇ ਨਾਲ ਨਾਲ ਸਾਡੇ ਕਰਮ ਚੰਗੇ ਹੋਣਗੇ ਤਾਂ ਪਾਤਸ਼ਾਹ ਨੇ ਸਾਨੂੰ ਲਿਖ ਕੇ ਸਮਝਾਈ ਇਹ ਗੱਲ ਆਸੇ ਗੁਰੂ ਗ੍ਰੰਥ ਵਿੱਚ। ਉਹ ਕਹਿੰਦੇ ਵੇਦ ਪੜ੍ਹੇ ਮੁਖ ਮਿੱਠੀ ਬਾਣੀ, ਜੀਆਂ ਪੋਤ ਨ ਸੰਗੇ ਪ੍ਰਾਣੀ। ਕਹਿੰਦੇ ਹੈ ਇਨਸਾਨ ਉਹਦਾ ਗੁਟਕਾ ਫੜ ਕੇ ਹੱਥ ਵਿੱਚ ਬਾਣੀ ਪੜ੍ਹਨ ਲੱਗ ਜਾਣਾ ਦਾਨਾ ਹੈ। ਬਾਣੀ ਬੜੀ ਮਿੱਠੀ ਸੀ, ਬਾਣੀ ਬਹੁਤ ਮਿੱਠੀ ਸੀ, ਬਾਣੀ ਦੇ ਵਿੱਚ ਰਸ ਸੀ। ਚਿੱਤ ਨੂੰ ਕਿਤੇ ਰਸ ਆ ਜਾਂਦਾ, ਉਸ ਰਸ ਨੇ ਗਿਆਨ ਦਾ ਰੂਪ ਧਾਰਨ ਕਰ ਲੈਣਾ ਸੀ। ਫਿਰ ਤੇਰੇ ਅੰਦਰ ਦਇਆ ਪੈਦਾ ਹੋਣੀ ਸੀ, ਤੇਰੇ ਅੰਦਰ ਦਇਆ। ਪਰ ਤੂੰ ਪਾਠ ਵੀ ਕੀਤਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਵੀ ਜਪਿਆ,
ਤੂੰ ਇਹ ਵੀ ਦਾਅਵਾ ਕਰਦਾ ਕਿ ਮੈਂ ਇੰਨੀਆਂ ਬਾਣੀਆਂ ਪੜ੍ਹ ਦਿੰਦਾ, ਲੋਕਾਂ ਵਿੱਚ ਖੁਦ ਆਪਣਾ ਪ੍ਰਚਾਰ ਵੀ ਕੀਤਾ। ਤੂੰ ਕਦੇ ਸੋਚਿਆ ਵੀ ਮੈਂ ਜਿਹੜਾ ਜੀਵਨ ਦਾ ਗਲ ਘੁੱਟਦਾ ਹੈ, ਚਲੋ ਮਰਨ ਦੀ ਤੇ ਆਪਾਂ ਬਾਅਦ ਗੱਲ ਕਰ ਦਾਂਗੇ ਨਾ, ਕਿਸੇ ਨਾਲ ਬੇਈਮਾਨੀ ਕੀਤੀ, ਕਿਸੇ ਦਾ ਅੱਖਾਂ ਦਾ ਨਾ ਬੇਈਮਾਨੀ ਕੀ ਹੈ? ਕਿਸੇ ਦਾ ਅੱਖ ਹੋਣਾ, ਹੇਰਾ ਫੇਰੀ ਕੀ ਆ? ਕਿਸੇ ਦਾ ਅੱਖ ਹੋਣਾ, ਵਾਲ ਛੜ ਕੀ ਆ? ਕਿਸੇ ਦਾ ਅੱਖ ਹੋਣਾ। ਫਿਰ ਪਾਤਸ਼ਾਹ ਪਤਾ ਕੀ ਕਿਹਾ? ਕਹਿੰਦੇ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਤੂੰ ਕਿੰਨਾ ਵੱਡਾ ਪਾਪ ਕਮਾ ਰਿਹਾ। ਜੇ ਤੂੰ ਹਿੰਦੂ ਹੈ ਤੇ ਤੈਨੂੰ ਗਾਂ ਦੀ ਆਣ ਹੈ, ਸਹੁੰ ਕਹਿ ਲਈ ਆਪਾਂ। ਜੇ ਤੂੰ ਮੁਸਲਮਾਨ ਹੈ ਤੇ ਤੈਨੂੰ ਮੁਸਲਮਾਨ ਦੀ ਕਸਮ ਲਾ ਲਈਏ, ਅਸੀਂ ਆਣ ਲਾ ਲਈਏ। ਕਿਉਂਕਿ ਦੇਖੋ ਸਾਡੇ ਵਿੱਚ ਥੋੜ੍ਹੀ ਜਿਹੀ ਗੱਲ ਕਰ ਲਈਏ ਆਪਾਂ, ਵਿੱਚ ਸਮਝ ਲਈ, ਫਰਕ ਸਮਝ ਲਈਏ। ਦੇਖੋ ਸਾਡੇ ਖਾਣ ਪਾਣ ਵਿੱਚ ਹੈ ਤਾਂ ਇਨਸਾਨ ਦਾ ਖਾਣਾ ਦੇਖੋ ਹੋਣਾ ਚਾਹੀਦਾ। ਆ ਪਸ਼ੂ ਦੇਖਦੇ ਹਾਂ ਅਸੀਂ, ਸਾਨੂੰ ਪਸ਼ੂ ਕਿੰਨੇ ਚੰਗੇ ਆ, ਉਹਨਾਂ ਦਾ ਇੱਕੋ ਹੀ ਖਾਣਾ, ਸਭ ਪਸ਼ੂਆਂ ਦਾ ਇੱਕੋ ਖਾਣਾ, ਘਾਹ ਫੂਸ। ਉਹਦੇ ਨਾਮ ਵੱਖਰੇ ਹੋ ਸਕਦੇ, ਘਾਹ ਫੂਸ ਦੇ। ਬਾਜਰਾ ਕਹਿ ਸਕਦੇ ਹਾਂ, ਬਰਸੀਨ ਕਹਿ ਸਕਦੇ ਹਾਂ, ਲੂਸਣ ਕਹਿ ਸਕਦੇ ਹਾਂ, ਚਰੀ ਕਹਿ ਸਕਦੇ ਹਾਂ, ਮੱਕੀ ਕਹਿ ਸਕਦੇ ਹਾਂ। ਹੈ ਤਾਂ ਘਾਹ ਫੂਸ ਹੀ, ਇੱਕੋ ਖਾਣਾ ਨਾ। ਇਸ ਇਨਸਾਨ ਵਾਸਤੇ ਪਾਤਸ਼ਾਹ ਨੇ 36 ਪ੍ਰਕਾਰ ਦੇ ਭੋਜਨ ਬਣਾਏ। ਤੇ ਜੇ ਏਦਾਂ ਆਪਾਂ ਕਹਿ ਲਈਏ ਨਾ ਵੀ ਅੱਜ 3600 ਪ੍ਰਕਾਰ ਦੇ ਭੋਜਨ ਬੰਦੇ ਵਾਸਤੇ ਮੌਜੂਦ ਹੈ। ਜਿਸ ਸਮੇਂ ਦੀ ਪਾਤਸ਼ਾਹ ਨੇ 36 ਪ੍ਰਕਾਰ ਦੀ ਗੱਲ ਕੀਤੀ ਨਾ ਭੋਜਨਾਂ ਦੀ, ਦਰਅਸਲ ਉਦੋਂ ਇੰਨਾ ਵੱਡਾ ਨੰਬਰ ਹੈ ਹੀ ਨਹੀਂ ਸੀ, ਇੰਨਾ ਵੱਡਾ ਖਿਲਾਰਾ ਖਾਣ ਪੀਣ ਦਾ ਹੈ ਨਹੀਂ ਸੀ। ਜਿੱਦਾਂ ਅੱਜ ਖਾਣੂ ਆ ਨਾ, 50 ਸਾਲ ਦੇ ਜਦੋਂ ਪਹਿਲਾਂ ਇਹ ਖਾਣਾ ਨਹੀਂ ਸੀ, 50 ਸਾਲ ਇਹ ਖਾਣਾ ਪਹਿਲਾਂ ਨਹੀਂ ਸੀ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲ ਹੋ ਗਏ, ਉਦੋਂ ਕਿਹੋ ਜਿਹਾ ਖਾਣਾ ਹੋ। ਹੁਣ ਮਨੁੱਖ ਵਿੱਚ ਕਿੰਨਾ ਫਰਕ ਪੈ ਗਿਆ। ਮੁਸਲਮਾਨ ਕਹਿੰਦਾ ਕਿ ਮੈਂ ਗਾਂ ਖਾਣੀ ਹੈ, ਸੂਰ ਦੇ ਖਾਣਾ। ਹੈ ਤਾਂ ਪਸ਼ੂ ਹੀ, ਹੈ ਤਾਂ ਜੀਵ ਹੀ, ਬਖਸ਼ਿਆ ਤੇ ਇਹਨਾਂ ਨੂੰ, ਸੇਵਾ ਤਾਂ ਨਹੀਂ ਕੀਤੀ, ਮਾਰ ਕੇ ਖਾਧਾ ਹੈ ਨਾ। ਤੇ ਹਿੰਦੂ ਵੀਰ ਨੇ ਕਹਿਤਾ ਕਿ ਮੈਂ ਗਾਂ ਨਹੀਂ ਖਾਣੀ, ਸੂਰ ਖਾਣਾ। ਕੀ ਪੁੰਨ ਦੋਨਾਂ ਵਿੱਚੋਂ ਕਿੰਨੇ ਕੀਤਾ? ਦੋਨਾਂ ਵਿੱਚੋਂ ਨਾਮ ਜਪ ਕੇ ਪੁੰਨ ਕਿੰਨੇ ਕੀਤਾ, ਭਲਾ ਕਿੰਨੇ ਕੀਤਾ? ਗੱਲ ਤੇ ਵਿਚਾਰਦੇ ਆ ਨਾ ਵੀ ਸਾਡਾ ਕਰਮ ਨਿਰਮਲ ਹੋਣਾ ਚਾਹੀਦਾ। ਜੇ ਕਰਮ ਨਿਰਮਲ ਨਹੀਂ ਤੇ ਸਾਡੀ ਬਾਣੀ ਪੜ੍ਹੀ ਦਾ, ਸਾਡੇ ਪਾਠ ਕੀਤੇ ਦਾ, ਸਾਡੇ ਜਪ ਤਪ ਦਾ, ਸਾਡੀ ਪੂਜਾ ਪਾਠ ਦਾ ਕੋਈ ਵੀ ਮਹੱਤਵ ਨਹੀਂ। ਕੋਈ ਵੀ ਇਹਦਾ ਸਾਨੂੰ ਫਲ ਹਾਸਲ ਹੋਣ ਵਾਲੀ ਗੱਲ ਨਹੀਂ। ਦੋਨਾਂ ਬੰਦਿਆਂ ਨੇ, ਦੋਨਾਂ ਇਨਸਾਨਾਂ ਨੇ ਇੱਕ ਜੀਵ ਦੀ ਜਾਨ ਗਵਾਤੀ। ਤੇ ਬਾਣੀ ਮਿੱਠੀ ਸੀ, ਬਾਣੀ ਵਿੱਚੋਂ ਰਸ ਆਉਣਾ ਸੀ, ਉਹ ਰਸ ਗਿਆਨ ਬਣਨਾ ਸੀ, ਗਿਆਨ ਵਿੱਚੋਂ ਦਇਆ ਉਪਜਣੀ ਸੀ, ਪੈਦਾ ਹੋਣੀ ਸੀ। ਦਇਆ ਤੇ ਪੈਦਾ ਨਹੀਂ ਹੋਈ। ਪਾਤਸ਼ਾਹ ਕਹਿੰਦੇ ਤੂੰ ਇਹ ਮਾਸ ਮੁਰਦਾ ਖਾ ਰਿਹਾ ਹੈ, ਜੇ ਤੂੰ ਕਿਸੇ ਕਿਸਮ ਦਾ ਵੀ ਬਲ ਛੜ ਕਰਕੇ ਕਮਾਈ ਕਰ ਰਿਹਾ ਤਾਂ
ये मुर्दा खा रहे हैं। अपना 36 प्रकार का भोजन छड्ड के जे मुर्दियां नूं खावे ते फिर की इंसान कहांगे। दूजे पासे थोड़ा होर विचारीए इस तो अगे भी असीं जागदे तां हां पर अगे मन करके सुते हाँ, तन करके जागते हाँ, दिमाग करके सुते हाँ। चाहिए सी सानू किसी का भला करना। अज देखो साडा बच्चे बच्ची का विआह होंदा कदे, साडे किसी बच्चे बच्ची का विआह होंदा है ते तुसीं सब जानते जे, देखिया संसार में तुसीं अपनी अखां दे नाल कि सैकड़े एक बच्ची या एक बच्चे की खुशी वास्ते अपने बच्चे की खुशी करते ते सैकड़े जीवां का घात कर देना, सैकड़े जीवां नूं मार देना। कि भलाई एक बच्चे की खातर सैकड़े जीवां नूं कतल कर देना, की कहांगे भला कर रहे हैं। फिर साढ़े कर्म च खोट है ना, साडा कर्म निर्मल नहीं। जिस दिन साडा कर्म निर्मल हो जाऊगा ना, सच जानियो उस दिन साडा जीवन कुछ वखरा दिसन लग पू। संसार को दसन की लोड़ नहीं पैनी, इतिहास छापन की लोड़ नहीं पैनी, बंद बैंद छापन की लोड़ नहीं पैनी। फलाना संत आ रहा है, वो कला संत दे नाल भी नहीं सरदा, नाल डिग्री भी असीं देने हैं 108। हुण तां 108 डिग्री बहुत छोटी रह गई। किसी टाइम 108 जी सी ना बहुत बड़ी डिग्री होती सी साधु संत वास्ते, वो भी कर्म देख के दी जाती सी डिग्री। वो जो साधु समाज में डिग्री देता ना, ਉਹਦੇ कर्म दे के डिग्री देते सी उन्होंने भी इन्ना लोगों का भला करता है, परोपकार करता है, लोगों को नाम जपाउंदा है, नाम जपदा है। अज की है, अज तो देण वाले डिग्री देण वाले भी हो जे होए 10 साधु इकट्ठे तो 108 की 1108 दे हो गया इकट्ठा ही 8 डिग्री बढ़ा दी इकट्ठे ही। अज कर्मा नूं नहीं देखा जाता, की देखा जाता अज? अज बाहर का पहरावा देखा जाता है। पर शायद इस गल का किसी के मन से असर भी होवे, कदे पहरावा धर्म नहीं होता, पहरावा कदे धर्म नहीं होता। धर्मी ते बगैर कपड़े तो भी धर्मी हो सकता है। नागे साधु नहीं देखे तुसीं? नागे साधु किन्ने देखे होणगे तुसीं? कि वो धर्मी नहीं है? उन्हें जो धर्मी धर्म वाला कोई भी नहीं। आम सादे जो समाजिक कपड़े पाने हो उन्होंने भी धर्म कमाया जा सकता। धर्म तो एक भेस तो एक निशानी है, कपड़े भेस ये तो एक निशानी है। वो तो पता लगता कि फलाने धर्म का है। जे कपड़े ने धर्म हुंदा होए ते फिर धर्मराज को बही खाते बोलने की लोड़ ही नहीं। पेट पालवे, उस धर्म के कपड़े पालवे, वो चिन्ह लै लवे तो धर्मराज ने आपे परे होना। पर धर्मराज को भी उपर डर है किसी का, धर्मराज को भी डर है किसी का। वो इन्होंने चोलिया ना भेखा नहीं देखता, उन्हें तो केवल कर्म देखने। तो कर्म की है? एक
ਇੱਕ ਉਦਾਹਰਨ ਦੇਵਾਂ ਮੈਂ ਥੋੜਾ ਜਿਹਾ, ਬਈ ਬਗੈਰ ਨਾਮ ਤੋਂ ਕਿਸੇ ਵੀ ਧਰਮ ਦਾ ਧਰਮੀ ਬੰਦਾ ਨਹੀਂ ਹੋ ਸਕਦਾ। ਕੱਪੜਿਆਂ ਨਾਲ ਕਦੇ ਧਰਮੀ ਬੰਦਾ ਨਹੀਂ ਬਣਦਾ। ਸਿਰਫ ਕਰਮ ਦੇ ਨਾਲ, ਨਾਮ ਜਪਣ ਦੇ ਨਾਲ ਹੀ ਧਰਮੀ ਹੋ ਸਕਦਾ ਬੰਦਾ। ਜੇ ਤੂੰ ਧਰਮ ਵਾਲੇ ਕਰਮ ਆ, ਭਲਾ ਕਰ ਰਿਹਾ ਕਿਸੇ ਦਾ, ਪਰਉਪਕਾਰ ਕਰ ਰਿਹਾ ਹੈ, ਕਿਸੇ ਤੇ ਦਇਆ ਕਰ ਰਿਹਾ ਹੈ, ਤੇ ਕੱਪੜੇ ਭਾਵੇਂ ਕੋਈ ਵੀ ਹੋਣ, ਉਹ ਧਰਮੀ ਆ। ਉਹਦਾ ਕੱਪੜਿਆਂ ਦੀ ਕੋਈ ਕੀਮਤ ਨਹੀਂ, ਭੇਖ ਦੀ ਉਹਦਾ ਕੋਈ ਕੀਮਤ ਨਹੀਂ। ਇੱਕ ਦੋ ਉਦਾਹਰਨ ਦੇ ਦਵਾਂ। ਆਪਾਂ ਬਾਜ਼ਾਰ ਚੋਂ ਅਖਰੋਟ ਲੈਂਦੇ ਹਾਂ, ਬਾਜ਼ਾਰ ਵਿੱਚੋਂ ਆਪਾਂ ਅਖਰੋਟ ਲੈਂਦੇ ਹਾਂ। ਅਖਰੋਟ ਕੀ ਆ? ਜਦੋਂ ਉਹਦੇ ਵਿੱਚੋਂ ਗਿਰੀ ਕੱਢਦੀ ਤੇ ਕੀ ਹੁੰਦਾ? ਉਹ ਬਾਲਣੀ ਹੈ ਨਾ, ਚਾਹ ਕੇ ਸੁੱਟ ਦਿਓ ਉਹਨੂੰ, ਬਾਲ ਦਿਓ ਉਹਨੂੰ, ਚਾਹੇ ਕੂੜੇ ਕਰਕਟ ਸੁੱਟ ਦਿਓ, ਢੇਰ ਤੇ ਸੁੱਟ ਦਿਓ ਉਹਨੂੰ। ਕੀਮਤ ਹੈ ਉਹਦੀ ਕੋਈ? ਉਹਦੀ ਕੀਮਤ ਅਖਰੋਟ ਦੀ ਤਾਂ ਹੀ ਉਹਨਾਂ ਛਿਲਕਾਂ ਦੀ ਆ ਜੇ ਉਹਦੇ ਵਿੱਚ ਗਿਰੀ ਆ, ਤਾਂ ਉਹਦੇ ਵਿੱਚ ਤੱਤ ਹੈ। ਤਾਂ ਜੇ ਉਹਦੇ ਵਿੱਚ ਤੱਤ ਨਹੀਂ ਤੇ ਸਰ ਜਾਣਿਓ ਉਹਦੀ ਕੋਈ ਕੀਮਤ ਨਹੀਂ। ਏਦਾਂ ਛਿਲਕੇ ਖਾਣ ਵਾਲੇ ਜਾਂ ਜਿਹਨਾਂ ਦੇ ਅੰਦਰ ਬੀਜ ਲੁਕਿਆ ਹੈ, ਏਦਾਂ ਦੀਆਂ ਤੁਹਾਨੂੰ ਅਨੇਕਾਂ ਉਦਾਹਰਨਾਂ ਮਿਲ ਜਾਣਗੀਆਂ। ਕੇਲਿਆਂ ਦੇ ਤੁਸੀਂ ਛਿੱਲਾ ਵੇਚਣ ਚਲੇ ਜਾਓ, ਕਿ ਛਿੱਲਾ ਕੋ ਖਰੀਦ ਲੂਗਾ? ਬਲਕਿ ਉਹਨਾਂ ਛਿੱਲਾਂ ਨੂੰ ਸੜਕ ਤੇ ਵੀ ਕੋਈ ਨਹੀਂ ਸੁੱਟਣ ਦਿੰਦਾ ਵੀ ਇਹਦਾ ਪੈਰ ਤੇ ਲੱਗੇ ਕੋਈ ਡਿੱਗ ਨਾ ਜਾਵੇ। ਤੋ ਛਿੱਲਾਂ ਦੀ ਕੀਮਤ ਕਿਵੇਂ ਪਈ? ਜੇ ਉਹਦੇ ਵਿੱਚ ਗਿਰੀ ਸੀ ਤਾਂ। ਜੇ ਗਿਰੀ ਨਾ ਹੁੰਦੀ ਉਹਦੀ ਕੋਈ ਕੀਮਤ ਨਹੀਂ। ਬਦਾਮਾਂ ਦੀ ਛਿੱਲਾ ਲੈ ਲਓ, ਉਪਰੇ ਛਿਲਕੇ ਲੈ ਲਓ, ਕੋਈ ਕਿਸੇ ਪਾ ਲੈ ਕੇ ਰਾਜੀ ਨਹੀਂ ਹੋਊ। ਲੇਕਿਨ ਉਹ 1000-1200 ਨੂੰ ਵਿਕਦੇ ਕਿਲੋ। ਕਿਉਂ ਵਿਕੇ? ਕਿਉਂ? ਉਹਦੇ ਵਿੱਚ ਤੱਤ ਸੀ। ਜੇ ਸਾਡੇ ਵੀ ਅੰਦਰ ਤੱਤ ਗਿਆਨ ਹੋਊਗਾ, ਨਾਮ ਹੋਊਗਾ, ਸਿਮਰਤ ਬੰਦਗੀ ਹੋਊਗੀ, ਹਰ ਨਾਮ ਦੇ ਨਾਲ ਕਰਮ ਵੀ ਚੰਗੇ ਹੋਣਗੇ। ਪਾਤਸ਼ਾਹ ਸੁਖਮਨੀ ਸਾਹਿਬ ਸਮਝਾਉਂਦੇ ਨੇ, ਸਾਧ ਨਾਮ ਤਾਕੇ ਨਿਰਮਲ ਕਰਮ। ਜਿਹਦੇ ਨਿਰਮਲ ਕਰਮ ਹੋ ਗਏ ਉਹ ਸਾਧ ਹੈ, ਉਹ ਸਾਧੂ ਹੈ, ਉਹ ਸੰਤ ਹੈ। ਜਿਹਦੇ ਕਰਮ ਨਿਰਮਲ ਨਹੀਂ ਉਹ ਭੇਖ ਨਿਰਮਲ ਨਹੀਂ। ਭੇਖ ਤਾਂ ਸੋਹਣਾ ਤਾਂ ਹੀ ਲੱਗੂਗਾ ਜੇ ਤਤ ਗਿਆਨ ਅੰਦਰ ਹੋਊਗਾ, ਜੇ ਭਜ ਬੰਦਗੀ ਹੋਊਗੀ, ਦਇਆ ਹੋਊਗੀ, ਭਲਾ ਹੋਊਗਾ, ਧਰਮ ਧੀਰਜ ਵਿਚਾਰ ਹੋਊਗੀ, ਤਾਂ ਉਹਦਾ ਨਾਮ ਦੀ ਗੱਲ ਕਰਦੇ। ਨਾਮ ਤੋਂ ਹੰਕਾਰ ਪੈਦਾ ਹੋਣਾ। ਹੁਣ ਮੈਂ ਵਿਚਾਰ ਰੱਖਣ ਲੱਗਾ ਸੀ ਵੀ ਨਾਮ ਤੋਂ ਕਿੱਦਾਂ ਵਿਚਾਰ ਹੰਕਾਰ ਪੈਦਾ ਹੁੰਦਾ। ਇੱਕ ਉਦਾਹਰਨ ਦੇਣੀ ਸੀ ਪਰ ਸਮਾਂ ਹੋ ਗਿਆ। ਪਾਤਸ਼ਾਹ ਕਿਰਪਾ ਕਰੇ ਇੰਨੀ ਕੁ ਵਿਚਾਰ ਪ੍ਰਵਾਨ ਕਰਦੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਕਰਦੇ। ਕੱਲ ਨੂੰ ਜੋ ਪਾਤਸ਼ਾਹ ਦੇ ਆਪਣੇ ਤੇ ਕਿਰਪਾ ਕਰਨਗੇ, ਇੱਥੋਂ ਹੀ ਆਪਾਂ ਫਿਰ ਵਿਚਾਰ ਕਰਨਾ ਸ਼ੁਰੂ ਕਰ ਦੇਵਾਂਗੇ। ਆਓ ਹੁਣ ਪਿੰਡ ਦੇ ਭਲੇ ਵਾਸਤੇ, ਨਗਰ ਦੀ ਸੁਖ ਸ਼ਾਂਤੀ ਵਾਸਤੇ ਆਪਾਂ ਸਤਿਗੁਰਾਂ ਦੇ ਚਰਨਾਂ ਵਿੱਚ ਸੁਖ ਸ਼ਾਂਤੀ ਦੀ ਅਰਦਾਸ ਬੇਨਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ